सलामुअलैकुम जनाब, की हाल है सजनों, प्यारे बेलियो मित्रों, ठीक हो। अच्छा, अज की वीडियो यार बड़ी इंटरेस्टिंग है मोटर के बारे, ठीक है ना। काफ़ी सारे मेरे भाई ने कि जिन्होंने नहीं पता कि मोटर किस तरह असी सही यानी कि रख सकने, मोटर जल्दी सड़े भी ना साड़ी, और इन दे बारे किहड़ियां किहड़ियां चीज़ां दे विच असी जिहड़ा ना ख्याल रखना पौंदा, ठीक है। मोटर ज़्यादा हीट अप ना होवे, ठीक है। मेन वजूहत ने कि मोटर हीट अप ना होवे। मोटर हीट अप होएगी उनकी वजह तो वो सड़ जाएगी, जल्दी सड़ जाएगी, ठीक है ना। जिथे मोटर ने तकरीबन 10 या 5 या 7 साल कढ़ने ने, उत्थे मोटर ने तुसी यही समझ लो बई 1 साल ਦੇ ਅਰਸੇ ਦੇ ਵਿੱਚ ਸੜ ਸਕਦੀ ਹੈ, ਠੀਕ ਹੈ। ਅਗਰ ਤੁਸੀਂ ਉਹਦੀ ਇਤਿਆਤ ਨਾ ਕਰਦੇ, ਉਹਦੀ ਲਾਈਫ ਦੀ ਜਿਹੜੀ ਹੈ ਨਾ, ਮਤਲਬ ਹੈ ਤੁਸੀਂ ਉਹ ਇਤਿਆਤ ਨਾ ਕਰਦੇ ਤੇ ਉਹ ਫਿਰ ਖਰਾਬ ਹੋ ਜਾਂਦੀ, ਠੀਕ ਹੈ। ਅੱਛਾ, ਹੁਣ ਉਹ ਅਸੀਂ ਵੇਖਣੀ ਕੀ ਹੈ ਕਿ ਅਸੀਂ ਉਹ ਇਤਿਆਤ ਕਿਹੜੀ ਕਿਹੜੀ ਵੇਖਣੀ ਹੈ ਜਿੰਦੀ ਵਜ੍ਹਾ ਤੋਂ ਸਾਡੀ ਮੋਟਰ ਜਲਦੀ ਸੜੇ ਨਾ, ਠੀਕ ਹੈ। ਅੱਛਾ, ਉਹਦੇ ਬਾਰੇ ਅਸੀਂ ਸ਼ੁਰੂਆਤ ਕਰਨੇ ਆ ਕਿ ਸਭ ਤੋਂ ਪਹਿਲੇ ਅਸੀਂ ਕੀ ਕੰਮ ਕਰਨਾ ਹੈ। असी मोटर दे बैरंग वेखी रखने, ठीक है, कि बैरंग किसे पासों लूज या बैरंग साडे आवाज़ तो नहीं दे रहे। काफ़ी हुंदा दोस्तां नूं ये बंदे आंदे ने यार खैर सल्ला कर लैने, पा लैने, हो जाता है, फिर एक बारी निज़ाम चला लीए, फिर बैरंग पवा लांदे, ठीक है ना। हुंदा इंज कि बाजी छोटी छोटी गलती की वजह तो बंदा बहुत बड़े नुकसान नूं पहुँच जाता है, ठीक है। मकसद गल करन दा ये वे कि बैरंग ਜਿਹੜੇ ਨਾ ਜੀ, ਉਹ ਤੁਸੀਂ ਆਪਣੀ ਚਲਾਈ ਦੇ ਹਿਸਾਬ ਨਾਲ, ਅਗਰ ਤੁਹਾਡੀ ਡੇਲੀ ਬੇਸ ਤੇ ਮੋਟਰ ਚੱਲਦੀ 18 ਤੋਂ 17 15 16 ਘੰਟੇ ਡੇਲੀ ਬੇਸ ਤੇ ਤੁਹਾਡੀ ਮੋਟਰ ਚੱਲਦੀ ਹੈ, ਮਿਸਾਲ ਦੇ ਤੌਰ ਤੇ ਜਿਵੇਂ ਚੱਕੀ ਵਾਲੇ ਮੋਟਰ ਚਲਾਉਂਦੇ ਨੇ, ਠੀਕ ਹੈ। ਤੇ ਮੇਰੀ ਰਿਕਮੈਂਡ ਇਹ ਹੈ ਕਿ ਤੁਸੀਂ ਉਹਦੇ ਬਹੁਤ ਜਲਦੀ ਜਿਹੜਾ ਹੈ ਨਾ ਜੀ, ਉਹਦੇ ਬੈਰੰਗ ਬਦਲੇ ਕਰੋ, ਠੀਕ ਹੈ। तो उनदे विच ये होएगा कि तुहाडी रनिंग भी ठीक रहेगी, तुहाडा मोटर जिवें जिस तरह बैरंग बदल दईए, मोटर यही समझ लो कि जिवें एक बारी मोटर की ट्यूनिंग नहीं हो जाती, मोटर दोबारा अपने न्यू असल मतलब जैनियन हालत आ जाती, ठीक है। अच्छा, दूसरी गल ये वे कि जिहड़ा ना जी लोड ਉਹ ਵੇਖਣਾ ਹੈ ਕਿ ਤੁਸੀਂ ਜ਼ਿਆਦਾ ਲੋਡ ਨਹੀਂ ਪਾਣਾ, ਅੰਪੇਅਰ ਮੀਟਰ ਨੂੰ ਵੇਖ ਕੇ ਰੱਖਣਾ ਹੈ। ਆ ਗਈ ਸਮਝ, ਇਹਦਾ ਲੋਡ ਕਿਸ ਹਿਸਾਬ ਵਿੱਚ ਇਸ ਟਾਈਮ ਜਾ ਰਹੀ। ਅਗਰ ਤੁਹਾਡੀ ਮੋਟਰ 8 ਜਾਂ 7 ਜਾਂ ਮਤਲਬ ਅੰਪੇਅਰ ਲੈਂਦੀ ਹੈ ਤੇ ਉਹਨੂੰ ਉਸ ਤੋਂ 1 2 ਜਾਂ 4 ਅੰਪੇਅਰ ਤੇ ਤੁਸੀਂ ਵੱਧ ਰੱਖ ਸਕਦੇ ਹੋ, ਠੀਕ ਹੈ। ਜ਼ਿਆਦਾ ਅਗਰ ਕਰੋਗੇ ਤੇ ਫਿਰ ਮੋਟਰ ਜਿਹੜੀ ਹੈ ਨਾ ਹੀਟ ਅਪ ਦੇ ਖਤਰੇ ਨੇ ਇਹਦੇ 'ਚ ਵੀ, ਠੀਕ ਹੈ। ਤੀਸਰੇ ਨੰਬਰ ਤੇ ਆ ਜਾਂਦਾ ਬੈਲਟ, ਠੀਕ ਹੈ। ਬੈਲਟ ਨੂੰ ਵੇਖੀ ਰੱਖਣਾ ਹੈ ਕਿ ਜਿਹੜਾ ਬੈਲਟ ਆਇਆ ਤੁਹਾਡਾ ਇਹ ਕੋਈ ਮਸਲਨ ਹੈ ਕਿ ਜ਼ਿਆਦਾ ਲੂਜ਼ ਜਾਂ ਮਤਲਬ ਜ਼ਿਆਦਾ ਟੈਟ ਤਾਂ ਨਹੀਂ, ਸੌਰੀ ਜ਼ਿਆਦਾ ਟੈਟ ਹੈ ਤੇ ਫਿਰ ਵੀ ਮੋਟਰ ਹੀਟ ਅਪ ਹੋਣ ਦਾ ਖਤਰਾ ਹੈ। ਚੌਥੀ ਗੱਲ ਕੀ ਆ ਜਾਂਦੀ ਹੈ ਕਿ ਮੋਟਰ ਤੁਸੀਂ ਲਾਇਆ ਹੈ, ਮੋਟਰ ਤੁਹਾਡੀ ਵਾਈਬ੍ਰੇਸ਼ਨ ਕਰ ਰਹੀ ਹੈ, ਠੀਕ ਹੈ। ਮੋਟਰ ਨੂੰ ਤੁਸੀਂ ਵਾਈਬ੍ਰੇਸ਼ਨ ਹੈ ਮਤਲਬ ਹੈ ਮੋਟਰ ਤੁਸੀਂ ਸਹੀ ਤਰੀਕੇ ਨਾਲ ਪੋਜੀਸ਼ਨ ਦੇ ਉੱਤੇ ਕੱਸੀ ਨਹੀਂ, ठीक है, या कोई ਤੁਹਾਡੀ मतलब ਪੁਲੀ ਦੀ ਕੋਈ ਲੈਣ ਆਊਟ ਹੈ, ਉਹਦੀ ਵਜ੍ਹਾ ਤੋਂ ਵੀ ਵਾਈਬ੍ਰੇਸ਼ਨ ਦਾ ਮਸਲਾ ਆ ਸਕਦਾ, ਠੀਕ ਹੈ। ਅੱਛਾ, ਇਹ ਚਾਰ ਗੱਲਾਂ ਹੋ ਗਈਆਂ। ਪੰਜਵੀਂ ਗੱਲ ਇਹ ਕਿ ਜਿਹੜਾ ਨਾ ਫੈਨ, ਠੀਕ ਹੈ ਨਾ ਜੀ, ਇਹਦਾ ਇੱਕ ਬਹੁਤ ਬੜਾ ਕਿਰਦਾਰ ਹੈ ਮੋਟਰ ਦੇ ਵਿੱਚ, ਠੀਕ ਹੈ। ਕਿ ਫੈਨ ਨੂੰ ਤੁਸੀਂ ਇਹ ਵੇਖੀ ਰੱਖਣਾ ਹੈ ਕਿ ਯਾਰ ਸਾਡਾ ਫੈਨ ਜਿਹੜਾ ਹੈ ਸਹੀ ਕਿਸੇ ਪਾਸੋਂ ਅੜਦਾ ਤਾਂ ਨਹੀਂ ਮੋਟਰ ਦੇ ਨਾਲ, ਕਿਸੇ ਵੀ ਹਿੱਸੇ ਦੇ ਨਾਲ, ਠੀਕ ਹੈ ਨਾ ਜੀ। ਅਗਰ ਫੈਨ ਤੁਹਾਡਾ ਕਿਸੇ ਵੀ ਹਿੱਸੇ ਦੇ ਨਾਲ ਅੜਦਾ ਹੈ ਜਾਂ ਕਿ ਤੁਹਾਡੀ ਮਤਲਬ ਇਹ ਫੈਨ ਖੁੱਲ੍ਹਾ ਹੈ, ਠੀਕ ਹੈ ਨਾ। ਅਗਰ ਫੈਨ ਖੁੱਲ੍ਹਾ ਹੈ ਤੇ ਫਿਰ ਵੀ ਦੋਨੋਂ ਇਹ ਮਸਲਾ यानी कि ना पेश आएगा। उस फैन ने पूरी हवा नहीं अगा भेजनी, उनकी वजह तो तुहाडी मोटर हीट अप हो सकती है, ठीक है। काफ़ी लोग देसी कर्मा वाले जुगाड़ ऐसा ला देंगे ना, आंदे कोई नहीं लोड मुड़ चलती पई है ना, फैन तो बगैर ही चलती है तो चलती रहन दे, लेकिन इहदे नाल ये नहीं पता कि मोटर दी समझ लो कि ये जान है, ठीक है। अच्छा, तीसरे नंबर अपना 6वें नंबर ते गल ये आ जाती है कि तुसी मोटर दे वोल्ट
ਮੋਟਰ ਦੇ ਵੋਲਟ ਜਿਹੜੀ 220 ਵਾਲੀ ਏ ਉਹਨੂੰ ਮਤਲਬ ਹੈ ਤੁਸੀਂ 220 ਦੇਣੇ ਨੇ ਜਾਂ 240 ਮਤਲਬ ਹੈ ਤੁਸੀਂ ਕਰ ਲਓ। ਤੇ ਜਿਹੜੀ 3 ਫੇਸ ਮੋਟਰ ਨੂੰ ਕਮ ਅਜ਼ ਕਮ 380 ਤੋਂ ਲੈ ਕੇ 440 ਵੋਲਟ ਉਹਦੇ ਵਾਸਤੇ ਹੋਣੇ ਬਹੁਤ ਜ਼ਰੂਰੀ ਨੇ, ਠੀਕ ਹੈ, ਜਿਹੜੀ 3 ਫੇਸ ਮੋਟਰ ਹੈ, ਠੀਕ ਹੈ ਨਾ ਜੀ। ਅੱਛਾ ਜੀ, ਉਸ ਤੋਂ ਬਾਅਦ ਅੱਗੇ ਆ ਜਾਂਦੀ ਹੈ ਜੀ 에ਅਰ ਗੈਪ, ਠੀਕ ਹੈ। ਮਤਲਬ ਹੈ ਕਿ ਹੁਣ ਤੁਸੀਂ ਇਹ ਸੋਚਦੇ ਪਿਓ ਵੀ 에ਅਰ ਗੈਪ ਕੀ ਹੁੰਦਾ ਹੈ, ਠੀਕ ਹੈ। 에ਅਰ ਗੈਪ ਹੁੰਦਾ ਹੈ ਜੀ ਜਿਹੜਾ ਮੋਟਰ ਤੇ ਰੂਟਰ ਦੇ ਦਰਮਿਆਨ ਦੇ ਵਿੱਚ ਸਟਰਕਚਰ ਹੁੰਦਾ ਹੈ, ਯਾਨੀ ਕਿ ਥੋੜਾ ਜਿਹਾ ਵਕਫਾ ਨਹੀਂ ਹੁੰਦਾ, ਆ ਗਈ ਸਮਝ। ਉਹਨੂੰ ਆਉਂਦੇ ਨੇ 에ਅਰ ਗੈਪ, ਠੀਕ ਹੈ। ਉਹ ਹੋਣਾ ਬਹੁਤ ਜ਼ਰੂਰੀ ਹੈ। ਅਗਰ ਉਹ ਜ਼ਿਆਦਾ ਲੂਜ਼ ਨਹੀਂ, ਠੀਕ ਹੈ ਨਾ, ਉਹਦੇ ਵਿੱਚੋਂ ਮਤਲਬ ਉਹ ਸਹੀ ਅੱਛੇ ਤਰੀਕੇ ਨਾਲ ਘੁੰਮ ਨਹੀਂ ਰਿਹਾ, ਠੀਕ ਹੈ, ਉਹਦੀ ਵਜ੍ਹਾ ਤੋਂ ਵੀ ਮੋਟਰ ਤੁਹਾਡੀ ਗਰਮ ਹੋ ਰਹੀ ਹੈ ਹੋਣੀ ਹੈ, ਠੀਕ ਹੈ। ਤੇ ਇਹ ਹਿਸਾਬ ਕਿਤਾਬ ਨੇ, ਠੀਕ ਹੈ। ਹੁਣ ਮੇਰਾ ਖਿਆਲ ਹੈ ਕਿ ਮੇਰੇ ਭਰਾਵਾਂ ਨੂੰ ਸਮਝ ਆ ਗਈ ਹੋਣੀ। ਇਸ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ ਨੇ ਕਿ ਜਿਨ੍ਹਾਂ ਨਾਲ ਤੁਸੀਂ ਆਪਣਾ ਜਿਹੜਾ ਹੈ ਨਾ ਜੀ ਆਪਣਾ ਮਤਲਬ ਚੈੱਕ ਕਰ ਸਕਦੇ ਹੋ ਕਿ ਮੋਟਰ ਸਾਡਾ ਕੀ ਆਪਣਾ ਕੀ ਮਸਲਾ ਹੈ, ਮੋਟਰ ਨੂੰ ਆ ਰਿਹਾ ਜਾਂ ਕਿਉਂ ਇਹ ਗਰਮ ਹੁੰਦੀ ਹੈ। ਬਾਕੀ ਇਨਸ਼ਾਅੱਲਾ ਤਾਲਾ ਤੁਹਾਨੂੰ ਨੈਕਸਟ ਵੀਡੀਓ 'ਤੇ ਦੱਸਾਂਗੇ, ਠੀਕ ਹੈ, ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਏ ਤਾਂ ਫਿਰ ਉਹ ਜਿਹੜਾ ਨਾ ਜੀ ਉਹ ਗੱਲ ਮੈਂ ਸਮਝਣਾ ਕਿ ਨਹੀਂ ਅੱਛੀ, ਠੀਕ ਹੈ। ਅੱਛਾ, ਬਾਕੀ ਇਹ ਕਿ ਤੁਸੀਂ ਮੋਟਰ ਦੀ ਇੱਕ ਮੈਂ ਆਖਰੀ ਗੱਲ ਜ਼ਰੂਰੀ ਭਰਾਵਾਂ ਨੂੰ ਆਖਾਂ ਕਿ ਮੋਟਰ ਦੀ ਜਾਨ ਹੁੰਦਾ ਅੰਪੇਅਰ ਮੀਟਰ, ਠੀਕ ਹੈ ਨਾ ਜੀ। ਅੰਪੇਅਰ ਮੀਟਰ ਜਿਹੜਾ ਇਹ ਮੀਟਰ ਹੁੰਦਾ ਨਾ ਜੀ, ਇਹ ਹੀ ਸਮਝ ਲਓ ਮੋਟਰ ਦੀ ਜਾਨ ਹੁੰਦਾ ਹੈ। ਜਿਸ ਟਾਈਮ ਵੀ ਮੀਟਰ ਤੁਸੀਂ ਚਲਾਓ ਨਾ, ਤੁਹਾਨੂੰ ਇੱਕ ਇੱਕ ਪੁਆਇੰਟ ਦਾ ਪਤਾ ਲੱਗਣਾ ਚਾਹੀਦਾ ਕਿ ਇਸ ਟਾਈਮ ਤੁਹਾਡੀ ਮੋਟਰ ਕਿਤਨੇ ਮਤਲਬ ਹਾਰਸ ਪਾਵਰ ਚੱਲ। ਇਹ ਤੁਸੀਂ ਜ਼ਰੂਰ ਹਰ ਹਾਲ ਵਿੱਚ ਲਾਣਾ ਹੈ ਮੀਟਰ ਦੇ ਨਾਲ, ਭਾਵੇਂ ਤੁਹਾਡੇ ਟਿਊਬਵੈੱਲ ਲੱਗਾ ਹੈ, ਭਾਵੇਂ ਜਿਹੜੀ ਵੀ ਚੀਜ਼ ਲੱਗੀ ਹੈ, ਇਹ ਨਾਲ ਜ਼ਰੂਰ ਲਾਇਆ ਕਰੋ। ਉਹਦੀ ਇੱਕ ਵਜ੍ਹਾ ਹੈ ਕਿ ਇਹ ਅਗਰ ਚੀਜ਼ ਲੱਗੀ ਉਸ ਚੀਜ਼ ਨਾਲ ਤੇ ਉਹ ਫਿਰ ਇਹ ਕਿ ਮੋਟਰ ਦਾ ਪਤਾ ਲੱਗਦਾ ਰਹਿੰਦਾ ਕਿ ਇਸ ਟਾਈਮ ਕਿਤਨੇ ਅੰਪੇਅਰ ਕਿਤਨਾ ਲੋਡ ਲੈ ਰਹੀ ਹੈ। ਉਹਦੇ ਨਾਲ ਮੋਟਰ ਤਕਰੀਬਨ 100 ਦੇ ਵਿੱਚੋਂ ਜਿਹੜਾ ਹੈ ਨਾ ਜੀ 80% ਮੋਟਰਾਂ ਨਹੀਂ ਸੜਦੀਆਂ, ਠੀਕ ਹੈ। ਤੇ ਇਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਐਸੀ ਕਿਸੇ ਜਗ੍ਹਾ 'ਤੇ ਘਰ ਦੇ ਵਿੱਚ ਲੱਗਾ ਹੋਵੇ ਕਿ ਜਿਹਦੇ ਵਿੱਚ ਤੁਹਾਨੂੰ ਮਤਲਬ ਨਾ ਹਰ ਵਕਤ ਨਜ਼ਰ ਆਉਂਦਾ ਪਿਆ ਹੋਵੇ ਕਿ ਸਾਡੀ ਮੋਟਰ ਆਉਂਦੇ ਜਾਂਦੇ ਨੂੰ ਮਤਲਬ ਨਾ ਤੁਸੀਂ ਵੇਖ ਸਕੋ। ਅਗਰ ਤੁਹਾਡਾ ਮਤਲਬ ਨਾ ਕਿ ਕੋਈ ਮੋਟਰ ਨੂੰ ਮਸਲਾ ਤਾਂ ਨਹੀਂ ਪੇਸ਼ ਆ ਰਿਹਾ, ਠੀਕ ਹੈ। ਇਹ ਹਰ ਮੋਟਰ ਦੇ ਨਾਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਅੱਲਾ ਖੈਰ ਰੱਖੇ, ਮੇਰੇ ਭਰਾਵਾਂ ਨੂੰ ਇਸ ਚੀਜ਼ ਦੀ ਸਮਝ ਆ ਗਈ ਹੋਣੀ ਹੈ ਕਿ ਮੋਟਰ ਕਿਉਂ ਜ਼ਿਆਦਾ ਗਰਮ ਹੁੰਦੀ। ਕਾਫੀ ਲੋਕ ਨਾ ਸਵਾਲ ਪੁੱਛਦੇ ਪਏ ਹੈ ਕਿ ਯਾਰ ਇਹ ਮੋਟਰ ਸਾਡੀ ਹੈ ਤੇ ਨਵੀਂ ਲਿਆਂਦੀ ਤੇ ਗਰਮ ਹੁੰਦੀ ਪਈ ਹੈ। ਇਹ ਚੀਜ਼ਾਂ ਨੇ ਜਿੰਦੀ ਵਜ੍ਹਾ ਤੋਂ ਮੋਟਰ ਗਰਮ ਹੁੰਦੀ ਹੈ, ਠੀਕ ਹੈ। ਤੇ ਮੇਰਾ ਖਿਆਲ ਹੈ ਕਿ ਹੁਣ ਮੈਨੂੰ ਇਜਾਜ਼ਤ ਦਿਓ, ਮਿਲਾਂਗੇ ਨੈਕਸਟ ਵੀਡੀਓ ਤੇ। ਆਪਣਾ ਬਹੁਤ ਸਾਰਾ ਖਿਆਲ ਰੱਖੋ, ਸ਼ੁਕਰੀਆ, ਥੈਂਕ ਯੂ, ਨਵਾਜ਼ਿਸ਼। ਤੇ ਹੋ ਸਕੇ ਤੇ ਸਾਨੂੰ ਸਬਸਕ੍ਰਾਈਬ ਕਰ ਦਿਆ ਜੇ, ਨਾ ਹੋ ਸਕੇ ਤੇ ਸਾਡੇ ਆ ਕੇ ਦੁਆ ਜ਼ਰੂਰ ਕਰਿਆ ਜੇ, ਕਿਉਂਕਿ ਅਸੀਂ ਤੁਹਾਡੇ ਵਾਸਤੇ ਇਨਫਾਰਮੇਟਿਵ ਚੀਜ਼ਾਂ ਲਿਆਉਣੀਆਂ ਸਾਡਾ ਹੱਕ ਬਣਦਾ ਹੈ, ਠੀਕ ਹੈ। ਜਿਹੜੀ ਚੀਜ਼ ਦਾ ਸਾਨੂੰ ਅੱਲਾਹ ਤਾਲਾ ਨੇ ਇਲਮ ਦਿੱਤਾ ਹੈ ਉਹ ਅਗਾਂਹ ਪਹੁੰਚਾਉਣਾ ਵੀ ਸਦਕਾ ਹੈ, ਠੀਕ ਹੈ ਨਾ ਜੀ। ਤੇ ਅੱਲਾ ਖੈਰ ਰੱਖੇ, ਬਹੁਤ ਮਿਹਰਬਾਨੀ।